ਸਤਿ ਸ਼੍ਰੀ ਅਕਾਲ। ਵੈਲਕਮ ਟੂ ਮਾਈ ਚੈਨਲ ਮੋਟੀਵੇਟ ਯੂਅਰ ਲਾਈਫ। ਦੀਪ ਦਾ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ ਰੌਲੇ ਵੇਲੇ। ਇਹਨਾਂ ਦਾ ਪੁਰਾਣਾ ਪਿੰਡ ਇੱਧਰ ਸੀ, ਪਰ ਲੰਮੇ ਸਮੇਂ ਤੋਂ ਉੱਧਰ ਹੀ ਰਹਿੰਦੇ ਸਨ। ਪਰਿਵਾਰ ਤਾਂ ਸਾਰਾ ਸਹੀ ਸਲਾਮਤ ਆ ਗਿਆ, ਪਰ ਬਾਕੀ ਸਭ ਕੁਝ ਉੱਧਰ ਹੀ ਰਹਿ ਗਿਆ। ਉੱਥੇ ਭਾਵੇਂ ਬਹੁਤ ਜ਼ਮੀਨ ਸੀ, ਪਰ ਇੱਧਰ ਆ ਕੇ ਚੌਥਾ ਹਿੱਸਾ ਹੀ ਜ਼ਮੀਨ ਮਿਲੀ। ਫਿਰ ਵੀ ਦੀਪ ਦੇ ਪੜਦਾਦਾ ਜੀ ਨੂੰ 300 ਕਿੱਲੇ ਜ਼ਮੀਨ ਅਲਾਟ ਹੋਈ। ਪਿੰਡ ਵਿੱਚ ਸਭ ਤੋਂ ਵੱਡੀ ਢੇਰੀ ਸੀ। ਦੀਪ ਦੇ ਦਾਦਾ ਜੀ ਹੋਰੀ 4 ਭਰਾ ਸਨ। ਦੀਪ ਦੇ ਦਾਦਾ ਜੀ ਸਭ ਤੋਂ ਵੱਡੇ ਸਨ ਤੇ ਲੰਬਰਦਾਰ ਸਨ ਪਿੰਡ ਦੇ। ਦੀਪ ਦੇ ਦਾਦਾ ਜੀ ਦੇ ਸਭ ਤੋਂ ਛੋਟੇ ਭਰਾ ਨੇ ਰੌਲੇ ਤੋਂ 1 ਸਾਲ ਪਹਿਲਾਂ ਹੀ ਲਾਹੌਰ ਤੋਂ ਵਕਾਲਤ ਪਾਸ ਕੀਤੀ ਸੀ। ਦੇਸ਼ ਆਜ਼ਾਦ ਹੁੰਦਿਆਂ ਹੀ ਉਹਨਾਂ ਨੂੰ ਸਰਕਾਰੀ ਵਕੀਲ ਦੀ ਨੌਕਰੀ ਮਿਲ ਗਈ। ਉਹਨਾਂ ਨੂੰ ਪਿੰਡ ਵਾਲੇ ਵਕੀਲ ਸਾਹਿਬ ਦੇ ਨਾਂ ਨਾਲ ਹੀ ਬੁਲਾਉਂਦੇ ਸੀ। ਦੀਪ ਦੇ ਦਾਦਾ ਜੀ ਭੱਠਿਆਂ ਦਾ ਬਿਜ਼ਨਸ ਕਰਨ ਲੱਗ ਗਏ। ਇੱਕ ਭਰਾ ਸਰਕਾਰੀ ਵਕੀਲ ਤੇ ਦੂਸਰਾ 2 ਭਰਾ ਖੇਤੀ ਕਰਨ ਲੱਗ ਗਏ। ਖੇਤੀ ਸਾਂਝੀ ਸੀ, ਪਰ ਘਰ ਵੱਖਰੇ ਵੱਖਰੇ ਸਨ। ਪਰਿਵਾਰ ਪੂਰੀ ਤਰ੍ਹਾਂ ਖੁਸ਼ਹਾਲ ਸੀ। ਦੀਪ ਦੇ ਪੜਦਾਦਾ ਜੀ ਨੇ ਨੇੜੇ ਦੇ ਸ਼ਹਿਰ ਵਿੱਚ ਵੱਡੀ ਹਵੇਲੀ ਬਣਾਈ ਤੇ ਪਿੰਡ ਦੇ ਨਾਂ ਤੇ ਉਸ ਦਾ ਨਾਂ ਰੱਖਿਆ। ਉਹ ਹਵੇਲੀ ਪੂਰੇ ਸ਼ਹਿਰ ਵਿੱਚ ਮਸ਼ਹੂਰ ਹੋ ਗਈ। ਇੱਥੇ ਹੀ ਬਸ ਨਹੀਂ, 4 ਭਰਾਵਾਂ ਦਾ ਆਪਸ ਵਿੱਚ ਪਿਆਰ ਸੀ। ਸਾਰੇ ਕਮਾਈ ਕਰਦੇ ਸਨ, 4 ਪੈਸੇ ਕੋਲ ਸੀ। ਇਸ ਪਰਿਵਾਰ ਨੇ 150 ਕਿੱਲਾ ਜ਼ਮੀਨ ਨਾਲ ਦੇ ਸੂਬੇ ਵਿੱਚ ਲੈ ਲਈ। ਵਕੀਲ ਸਾਹਿਬ ਨੇ ਦੀਪ ਦੇ ਪਿਤਾ ਜੀ ਤੇ ਬਾਕੀ ਇੱਕ ਹੋਰ ਭਤੀਜੇ ਨੂੰ ਆਪਣੇ ਕੋਲ ਸ਼ਹਿਰ ਵਿੱਚ ਰੱਖ ਕੇ ਪੜ੍ਹਾਇਆ। ਇੱਥੇ ਹੀ ਨਹੀਂ, ਉਹਨਾਂ ਆਪਣੀਆਂ ਭਤੀਜੀਆਂ ਨੂੰ ਵੀ ਕਾਲਜ ਦਾਖਲ ਕਰਵਾਇਆ। ਸਾਰਾ ਪਰਿਵਾਰ ਹੋਰ ਤਰੱਕੀ ਵੱਲ ਵਧ ਰਿਹਾ ਸੀ। ਹੌਲੀ ਹੌਲੀ 4 ਭਰਾਵਾਂ ਦੇ ਬੱਚੇ ਚੰਗੇ ਪਰਿਵਾਰਾਂ ਵਿੱਚ ਵਿਆਹੇ ਜਾਣ ਲੱਗੇ। ਦੀਪ ਦੇ ਦਾਦਾ ਜੀ ਨੇ ਆਪਣੇ ਵਕੀਲ ਭਰਾ ਤੇ ਪਿੰਡ ਦੇ ਸਰਪੰਚ ਨਾਲ ਮਿਲ ਕੇ ਪਿੰਡ ਦੇ ਬਹੁਤ ਸਾਰੇ ਸਾਂਝੇ ਕੰਮ ਕਰਵਾਏ। ਸਰਪੰਚ ਹੋਰੀ 2 ਭਰਾ ਸਨ। ਸਰਪੰਚ ਦੇ ਛੋਟੇ ਭਰਾ ਮੱਖਣ ਸਿੰਘ ਨੂੰ ਵੀ ਵਕੀਲ ਸਾਹਿਬ ਨੇ ਪੜ੍ਹਨ ਲਈ ਪ੍ਰੇਰਿਤ ਕੀਤਾ। ਉਹ ਵੀ ਗ੍ਰੈਜੂਏਸ਼ਨ ਕਰ ਗਿਆ। ਸਰਪੰਚ ਕੋਲ ਜ਼ਮੀਨ ਤਾਂ ਜ਼ਿਆਦਾ ਨਹੀਂ ਸੀ, ਪਰ ਉਹ ਬੰਦਾ ਚੱਲਦਾ ਪੁਰਜਾ ਸੀ। ਉਸ ਦੀ ਸੂਬੇ ਦੇ ਮੁੱਖ ਮੰਤਰੀ ਨਾਲ ਵੀ ਜਾਣ ਪਹਿਚਾਣ ਸੀ। ਦੀਪ ਦੇ ਦਾਦਾ ਜੀ ਤੇ ਸਰਪੰਚ ਨੇ ਮਿਲ ਕੇ ਪਿੰਡ ਵਿੱਚ 10ਵੀਂ ਤੱਕ ਸਰਕਾਰੀ ਸਕੂਲ, ਉਸ ਟਾਈਮ ਜਦੋਂ ਸੂਬੇ ਵਿੱਚ ਟਾਵੇਂ ਪਿੰਡਾਂ ਵਿੱਚ ਸਰਕਾਰੀ ਸਕੂਲ ਹੁੰਦੇ ਸਨ, ਡਿਸਪੈਂਸਰੀ, ਪਸ਼ੂਆਂ ਦਾ ਹਸਪਤਾਲ, ਵਾਟਰ ਵਰਕਸ ਤੇ ਬਿਜਲੀ ਸਭ ਤੋਂ ਪਹਿਲਾਂ ਪਿੰਡ ਵਿੱਚ ਲੈ ਕੇ ਆਈ। ਰੇਲਵੇ ਸਟੇਸ਼ਨ ਵੀ ਸੀ। ਇਹ ਸਾਰੇ ਕੰਮ ਸਰਪੰਚ ਤੇ ਦੀਪ ਦੇ ਪਰਿਵਾਰ ਵੱਲੋਂ ਮਿਲ ਕੇ ਕੀਤੇ ਗਏ ਸਨ। ਦੋਵਾਂ ਪਰਿਵਾਰਾਂ ਵਿੱਚ ਭਰਾਵਾਂ ਵਰਗਾ ਪਿਆਰ ਸੀ। ਦੀਪ ਦੇ ਦਾਦਾ ਜੀ ਤੇ ਸਰਪੰਚ ਦੀ ਆਸ-ਪਾਸ ਦੇ ਇਲਾਕੇ ਵਿੱਚ ਵੀ ਚਰਚਾ ਸੀ। ਪਿੰਡ 'ਚ ਸਰਪੰਚੀ ਦੀ ਇਲੈਕਸ਼ਨ ਵੇਲੇ ਦੀਪ ਦੇ ਦਾਦਾ ਨੇ ਮੋਹਰੇ ਲੱਗ ਕੇ ਉਸ ਨੂੰ ਸਰਪੰਚ ਬਣਾਇਆ ਤੇ ਆਪ ਪੰਚ ਬਣੇ। ਉਸ ਤੋਂ ਬਾਅਦ ਬਲਾਕ ਸੰਮਤੀ ਦੀਆਂ ਵੋਟਾਂ ਸਨ, ਜੋ ਕਈ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਪਵਾਉਣੀਆਂ ਸਨ। ਸਰਪੰਚ ਨੇ ਦੀਪ ਦੇ ਦਾਦਾ ਜੀ ਨੂੰ ਕਿਹਾ, ਤੂੰ ਇਲੈਕਸ਼ਨ ਲੜ ਨੰਬਰਦਾਰਾ, ਪਰ ਉਸ ਵਕਤ ਦੀਪ ਦੇ ਦਾਦਾ ਜੀ ਨੇ ਨਾਂਹ ਕਰ ਦਿੱਤੀ। ਸਰਪੰਚ ਕਹਿੰਦਾ, ਮੈਂ ਲੜ ਲੈਂਦਾ ਹਾਂ। ਤਾਂ ਦੀਪ ਦੇ ਦਾਦਾ ਜੀ ਨੇ ਕਿਹਾ, ਠੀਕ ਹੈ, ਤੂੰ ਲੜ, ਅਸੀਂ ਤੇਰੇ ਨਾਲ ਹਾਂ। ਪਰ ਕੁਦਰਤ ਦੀ ਕਰਨੀ, ਆਸੇ-ਪਾਸੇ ਦੇ ਪਿੰਡਾਂ ਦੇ ਪੰਚ ਸਰਪੰਚਾਂ ਨੇ ਦੀਪ ਦੇ ਦਾਦਾ ਜੀ 'ਤੇ ਦਬਾਅ ਪਾਇਆ ਕਿ ਤੁਹਾਡਾ ਭਰਾ ਵੱਡਾ ਅਫਸਰ ਹੈ, ਤੁਸੀਂ ਇਲੈਕਸ਼ਨ ਲੜੋ। ਨਾ ਕਰਦੇ ਅਖੀਰ ਵਿੱਚ ਦੀਪ ਦੇ ਦਾਦਾ ਜੀ ਨੇ ਬਲਾਕ ਸੰਮਤੀ ਦੇ ਕਾਗਜ਼ ਭਰ ਦਿੱਤੇ। ਹੁਣ ਇੱਕੋ ਪਿੰਡ ਦੇ ਸਰਪੰਚ ਤੇ ਨੰਬਰਦਾਰ ਚੋਣਾਂ ਵਿੱਚ ਆਮਣੇ ਸਾਹਮਣੇ ਸਨ। ਸਰਪੰਚ ਨੇ ਦੀਪ ਦੇ ਦਾਦਾ ਜੀ ਨੂੰ ਨਾਲ ਰੋਸ ਕੀਤਾ ਵੀ ਮੈਂ ਤੁਹਾਨੂੰ ਪੁੱਛ ਕੇ ਕਾਗਜ਼ ਭਰੇ ਸਨ, ਆਹ ਤੂੰ ਚੰਗੀ ਨਹੀਂ ਕੀਤੀ ਨੰਬਰਦਾਰਾ। ਦੀਪ ਦੇ ਦਾਦਾ ਜੀ ਦਾ ਚੋਣ ਨਿਸ਼ਾਨ ਦਰਖਤ ਸੀ ਤੇ ਸਰਪੰਚ ਦਾ ਚੋਣ ਨਿਸ਼ਾਨ ਕਹੀ ਸੀ। ਇਲੈਕਸ਼ਨ ਵਿੱਚ ਦੀਪ ਦੇ ਦਾਦਾ ਜੀ ਦਾ ਜ਼ੋਰ ਵੱਧ ਸੀ, ਕਿਉਂਕਿ ਉਹ ਸਰਪੰਚ ਨਾਲੋਂ ਹਰ ਪੱਖੋਂ ਚੰਗੇ ਸਨ। ਪੈਸਿਆਂ ਵੱਲੋਂ ਵੀ ਤੇ ਵੈਸੇ ਵੀ ਉਹਨਾਂ ਦੀ ਛਵੀ ਸਾਫ਼ ਸੁਥਰੀ ਸੀ, ਪਰ ਸਰਪੰਚ 'ਤੇ ਕਈ ਇਲਜ਼ਾਮ ਲੱਗੇ ਸਨ। ਇਲੈਕਸ਼ਨ ਦੀਪ ਦੇ ਦਾਦਾ ਜੀ ਦੀ ਜਿੱਤ ਗਈ। ਸਰਪੰਚ ਨੇ ਸਾਰਿਆਂ ਦੇ ਸਾਹਮਣੇ ਦੀਪ ਦੇ ਦਾਦਾ ਜੀ ਨੂੰ ਧਮਕੀ ਦਿੱਤੀ, ਨੰਬਰਦਾਰਾ, ਤੇਰੇ ਇਸ ਦਰਖਤ ਨੂੰ ਹੁਣ ਮੇਰੀ ਕਹੀ ਵੱਢੂ। ਦੋਹਾਂ ਪਰਿਵਾਰਾਂ ਵਿੱਚ ਦੂਰੀਆਂ ਪੈ ਗਈਆਂ। ਦੀਪ ਦੇ ਘਰ ਦੇ ਸਾਹਮਣੇ ਸਰਪੰਚ ਦਾ ਇੱਕ ਪਲਾਟ ਸੀ, ਜਿਸ ਵਿੱਚ ਇੱਕ ਬੈਠਕ ਪਾਈ ਸੀ, ਜੋ ਪਹਿਲਾਂ ਸਰਪੰਚ ਦੇ ਘਰ ਤੋਂ ਦਿਖਦੀ ਸੀ। ਪਰ ਜਦੋਂ ਦੀਪ ਦੇ ਦਾਦਾ ਜੀ ਨੇ ਘਰ ਦੇ ਨਾਲ ਖਾਲੀ ਪਈ ਪਸ਼ੂਆਂ ਵਾਲੀ
ਥਾਂ 'ਤੇ ਚਾਰਦੀਵਾਰੀ ਸ਼ੁਰੂ ਕੀਤੀ ਤਾਂ ਸਰਪੰਚ ਨੇ ਇਤਰਾਜ਼ ਕੀਤਾ, ਮੇਰੇ ਘਰ ਤੋਂ ਬੈਠਕ ਨਹੀਂ ਦਿਖਦੀ। ਇਹ ਗੱਲ ਉਸਦੀ ਜਾਇਜ਼ ਨਹੀਂ ਸੀ, ਪਰ ਕਿਉਂਕਿ ਉਹ ਸਰਪੰਚ ਸੀ ਤੇ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ, ਉਸਨੇ ਗੱਲ ਵਧਾ ਲਈ। ਹੁਣ ਪੰਚਾਇਤ ਦਾ ਇਹ ਮਾਮਲਾ ਠਾਣੇ ਜਾ ਪੁੱਜਾ। ਕਈ ਵਾਰ ਇਕੱਠ ਹੋਏ। ਵਕੀਲ ਸਾਹਿਬ ਨੇ ਵੀ ਆ ਕੇ ਦੋਹਾਂ ਧਿਰਾਂ ਨੂੰ ਸਮਝਾਇਆ ਵੀ ਇਸ ਮਾਮੂਲੀ ਜਿਹੀ ਗੱਲ ਪਿੱਛੇ ਆਪਸ ਵਿੱਚ ਲੜਨਾ ਠੀਕ ਨਹੀਂ। ਆਪਾਂ ਤਾਂ ਇਲਾਕੇ ਦਾ ਭਲਾ ਕਰਨਾ, ਜੇ ਆਪਸ ਵਿੱਚ ਹੀ ਉਲਝ ਗਏ ਫਿਰ ਕੀ ਬਣੂ। ਦੀਪ ਦੇ ਪਿਤਾ ਜੀ ਵੀ ਪਟਿਆਲੇ ਕਾਲਜ ਤੋਂ ਗ੍ਰੈਜੂਏਸ਼ਨ ਕਰਕੇ ਪਿੰਡ ਹੀ ਸਨ। ਵਕੀਲ ਸਾਹਿਬ ਦੀ ਅਪੀਲ ਦਾ ਕੋਈ ਅਸਰ ਨਾ ਹੋਇਆ ਤੇ ਗੱਲ ਹੋਰ ਵੱਧ ਗਈ। ਸਰਪੰਚ ਨੇ ਦੀਪ ਦੇ ਦਾਦਾ ਜੀ ਦਾ ਕਤਲ ਕਰਨ ਦੀ ਵਿਉਂਤ ਬਣਾਈ, ਪਰ ਕਿਸੇ ਨੇ ਸਲਾਹ ਦਿੱਤੀ ਵੀ ਇਸ ਬਜ਼ੁਰਗ ਨੂੰ ਕੀ ਮਾਰਨਾ ਹੈ ਤਾਂ ਇਸ ਦੇ ਮੁੰਡੇ ਨੂੰ ਮਾਰੋ, ਬੁੱਢਾ ਆਪੇ ਗਮ ਵਿੱਚ ਮਰ ਜਾਵੇਗਾ। ਉਹਨਾਂ ਇੱਕ ਦੋ ਵਾਰ ਦੀਪ ਦੇ ਪਿਤਾ ਜੀ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ। ਇਸ ਤੋਂ ਪਹਿਲਾਂ ਕਿ ਉਹ ਦੁਬਾਰਾ ਕੋਸ਼ਿਸ਼ ਕਰਦੇ, ਕਿਸੇ ਨੇ ਸਲਾਹ ਦਿੱਤੀ ਵੀ ਜੇ ਮਾਰਨਾ ਹੈ ਤਾਂ ਵਕੀਲ ਨੂੰ ਮਾਰੋ, ਜੇ ਕਿਸੇ ਹੋਰ ਨੂੰ ਮਾਰ ਦਿੱਤਾ ਤਾਂ ਉਹ ਤੁਹਾਡੇ ਸਾਰੇ ਟੱਬਰ ਨੂੰ ਫਾਂਸੀ ਲਵਾ ਦਊ। ਗੱਲ ਉਹਨਾਂ ਨੂੰ ਵੀ ਜੱਚ ਗਈ। ਵਕੀਲ ਸਾਹਿਬ ਆਪਣੇ ਪਰਿਵਾਰ ਅਤੇ ਭਰਾਵਾਂ ਤੇ ਬੱਚਿਆਂ ਨਾਲ ਸ਼ਹਿਰ ਵਿੱਚ ਰਹਿੰਦੇ ਸਨ। ਇਸ ਲੜਾਈ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਸੀ। ਉਹ ਤਾਂ ਦੋਨਾਂ ਧਿਰਾਂ ਨੂੰ ਸਮਝਾਉਂਦੇ ਸਨ। ਸਰਪੰਚ ਨੇ ਆਪਣੇ ਛੋਟੇ ਭਰਾ ਨੂੰ ਕਤਲ ਕਰਨ ਲਈ ਤਿਆਰ ਕਰ ਲਿਆ। ਉਸ ਦਾ ਨਵਾਂ ਵਿਆਹ ਹੋਇਆ ਸੀ, ਪਰ ਸਰਪੰਚ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ 6 ਮਹੀਨਿਆਂ ਵਿੱਚ ਉਸ ਨੂੰ ਬਾਹਰ ਲੈ ਆਵੇਗਾ। ਹੁਣ ਇੰਤਜ਼ਾਰ ਸੀ ਵਕੀਲ ਸਾਹਿਬ ਦੇ ਪਿੰਡ ਆਉਣ ਦਾ। ਸਾਰੀ ਤਿਆਰੀ ਸ਼ੁਰੂ ਹੋ ਗਈ। ਵਕੀਲ ਸਾਹਿਬ ਨੇ ਸ਼ਨੀਵਾਰ ਨੂੰ ਪਿੰਡ ਆਉਣਾ ਸੀ ਤੇ ਐਤਵਾਰ ਨੂੰ ਵਾਪਸ ਜਾਣਾ ਸੀ। ਘਰ ਤੋਂ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਸੀ। ਉਹਨਾਂ ਰਾਤ 7 ਵਜੇ ਵਾਲੀ ਗੱਡੀ 'ਤੇ ਵਾਪਸ ਜਾਣਾ ਸੀ। ਸਰਪੰਚ ਹੋਰਾਂ ਪੂਰੀ ਤਿਆਰੀ ਕਰ ਲਈ ਸੀ ਵੀ ਕਤਲ ਕਰਕੇ ਰਾਤੋਂ ਰਾਤ ਨਾਲ ਦੇ ਸੂਬੇ ਵਿੱਚ ਭੱਜ ਜਾਣਾ ਸੀ। ਸਰਪੰਚ ਆਪ ਪਹਿਲਾਂ ਹੀ ਰੂਹ-ਪੋਸ਼ ਹੋ ਗਿਆ, ਪਰ ਦੀਪ ਦੇ ਪੜਦਾਦਾ ਜੀ ਦੀ ਤਬੀਅਤ ਖਰਾਬ ਹੋ ਗਈ ਤੇ ਵਕੀਲ ਸਾਹਿਬ ਨੇ ਰਾਤ ਦੀ ਗੱਡੀ 'ਤੇ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ। ਉਹਨਾਂ ਅਗਲੇ ਦਿਨ ਸਵੇਰ 10 ਵਜੇ ਵਾਲੀ ਗੱਡੀ 'ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਅਗਲੇ ਦਿਨ ਵਕੀਲ ਸਾਹਿਬ ਸਟੇਸ਼ਨ 'ਤੇ ਜਾਣ ਲਈ ਤਿਆਰ ਹੋਏ। ਉਹਨਾਂ ਪੁਲਿਸ ਦੀ ਵਰਦੀ ਪਾਈ। ਉਸ ਜ਼ਮਾਨੇ ਸਰਕਾਰੀ ਵਕੀਲ ਵੀ ਪੁਲਿਸ ਦੀ ਵਰਦੀ ਹੀ ਪਾਉਂਦੇ ਸਨ, ਪਰ ਆਪਣਾ ਸਰਵਿਸ ਰਿਵਾਲਵਰ ਆਪਣੇ ਬੈਗ ਵਿੱਚ ਹੀ ਰੱਖ ਲਿਆ। ਉਹ ਸਟੇਸ਼ਨ ਜਾਣ ਲਈ ਘਰੋਂ ਚੱਲ ਪਈ। ਦੀਪ ਦੇ ਪਿਤਾ ਨੇ ਆਪਣੇ ਚਾਚਾ ਜੀ ਨੂੰ ਸਟੇਸ਼ਨ ਤੱਕ ਛੱਡ ਕੇ ਆਉਣ ਦੀ ਇੱਛਾ ਜ਼ਾਹਰ ਕੀਤੀ, ਪਰ ਉਹਨਾਂ ਮਨ੍ਹਾ ਕਰ ਦਿੱਤਾ ਵੀ ਤੂੰ ਇਕੱਲਾ ਵਾਪਸ ਆਏਂਗਾ। ਉਹ ਤੁਰਦੇ ਜਦੋਂ ਹੀ ਥੋੜ੍ਹੇ ਸੁੰਨੇ ਰਸਤੇ 'ਤੇ ਪਹੁੰਚੇ, ਤਾਕ ਵਿੱਚ ਬੈਠੇ ਮੱਖਣ ਸਿੰਘ ਨੇ ਪਿੱਛੋਂ 2 ਫਾਇਰ ਕਰ ਦਿੱਤੇ। ਵਕੀਲ ਸਾਹਿਬ ਡਿੱਗ ਪਏ। ਦੁਨਾਲੀ ਵਿੱਚ ਦੁਬਾਰਾ ਕਾਰਤੂਸ ਲੋਡ ਕਰਕੇ ਮੱਖਣ ਸਿੰਘ ਨੇ ਜਾਂਦੇ ਜਾਂਦੇ 1 ਫਾਇਰ ਜਮਾਂ ਕੋਲ ਜਾ ਕੇ ਕਰਤਾ। ਵਕੀਲ ਸਾਹਿਬ ਦੀ ਥਾਂ 'ਤੇ ਹੀ ਮੌਤ ਹੋ ਗਈ। ਮੱਖਣ ਸਿੰਘ ਫਰਾਰ ਹੋ ਗਿਆ। ਵਕੀਲ ਸਾਹਿਬ ਦੇ ਹੋਏ ਇਸ ਕਤਲ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ, ਕਿਉਂਕਿ ਵਕੀਲ ਸਾਹਿਬ ਦਾ ਕਤਲ ਪੁਲਿਸ ਦੀ ਵਰਦੀ ਵਿੱਚ ਹੋਇਆ ਸੀ। ਪੁਲਿਸ ਲਈ ਵੀ ਇਹ ਕੇਸ ਵਕਾਰ ਦਾ ਮਸਲਾ ਸੀ। ਵਕੀਲ ਸਾਹਿਬ ਦੇ ਕਤਲ ਨੇ ਦੀਪ ਦੇ ਪਰਿਵਾਰ ਨੂੰ ਇੱਕ ਗਹਿਰਾ ਸਦਮਾ ਦਿੱਤਾ। ਬੜੀ ਦੌੜ ਭੱਜ ਤੋਂ ਬਾਅਦ ਮੱਖਣ ਸਿੰਘ ਤੇ ਸਰਪੰਚ ਦੀ ਗ੍ਰਿਫਤਾਰੀ ਹੋ ਸਕੀ। ਤਰੱਕੀ ਦੇ ਰਾਹ 'ਤੇ ਤੁਰਦਾ ਦੀਪ ਦਾ ਪਰਿਵਾਰ ਕੋਰਟ ਕਚਹਿਰੀ ਦੇ ਚੱਕਰ ਕੱਟ ਰਿਹਾ ਸੀ। ਦੂਸਰੇ ਪਾਸੇ ਸਰਪੰਚ ਹੋਰੀਂ ਦੋਨੋਂ ਭਰਾ ਅੰਦਰ ਸਨ। ਛੋਟੇ ਦਾ ਵਿਆਹ ਤਾਂ ਕੁਝ ਸਮਾਂ ਪਹਿਲਾਂ ਹੀ ਹੋਇਆ ਸੀ। ਉਸਦੀ ਘਰਵਾਲੀ ਨੂੰ ਪੇਕੇ ਲੈ ਗਏ। ਉੱਧਰ ਸਰਪੰਚ ਦੇ ਵੀ ਇੱਕੋ ਮੁੰਡਾ ਸੀ, ਉਹ ਵੀ ਛੋਟਾ ਸੀ। ਉਸਦੀ ਘਰਵਾਲੀ ਵੀ ਉਸ ਨੂੰ ਲੈ ਕੇ ਪੇਕੇ ਚਲੀ ਗਈ। ਹੁਣ ਉਹਨਾਂ ਦੇ ਘਰ ਇੱਕ ਵਿਧਵਾ ਮਾਂ ਸੀ ਇਕੱਲੀ। ਕੋਰਟ ਵਿੱਚ ਕੇਸ ਚੱਲਿਆ। ਸੈਸ਼ਨ ਕੋਰਟ ਨੇ ਮੱਖਣ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ, ਪਰ ਸਰਪੰਚ ਬਰੀ ਹੋ ਗਿਆ। ਉਸ ਤੋਂ ਬਾਅਦ ਹਾਈ ਕੋਰਟ ਨੇ ਤੇ ਫਿਰ ਸੁਪਰੀਮ ਕੋਰਟ ਨੇ ਵੀ ਮੱਖਣ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਦੋਨਾਂ ਪਰਿਵਾਰਾਂ ਨੇ ਨਾ ਪੈਸੇ ਦੀ ਤੇ ਨਾ ਹੀ ਹੋਰ ਸਾਧਨਾਂ ਦੀ ਕਮੀ ਰੱਖੀ। ਸਭ ਕੁਝ ਕੇਸ 'ਤੇ ਲਾ ਦਿੱਤਾ।
ਮੱਖਣ ਸਿੰਘ ਦੀ ਫਾਂਸੀ ਦੀ ਉਡੀਕ ਕਰਦੇ ਦੀਪ ਦੇ ਪਰਿਵਾਰ ਨੂੰ ਉਦੋਂ ਧੱਕਾ ਲੱਗਾ ਜਦੋਂ ਰਹਿਮ ਦੀ ਅਪੀਲ ਵਿੱਚ ਮੱਖਣ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਜਿਉਂ ਹੀ ਇਹ ਖਬਰ ਮਿਲੀ ਤਿਉਂ ਹੀ ਸਰਪੰਚ ਨੇ ਅੱਤ ਚੱਕ ਦਿੱਤੀ। ਉਸਨੇ ਉਹੀ ਕੇਸ ਵਾਪਸ ਖੋਲ੍ਹ ਲਿਆ। ਦੀਪ ਦੇ ਪਰਿਵਾਰ ਨੂੰ ਕਾਫੀ ਨਮੋਸ਼ੀ ਹੋਈ। ਉੱਪਰੋਂ ਸਰਪੰਚ ਦੀਆਂ ਹਰਕਤਾਂ ਨੇ ਜਲੇ 'ਤੇ ਨਮਕ ਛਿੜਕਣ ਵਾਲਾ ਕੰਮ ਕੀਤਾ। ਇਸ ਵਾਰ ਦੀਪ ਦੇ ਪਰਿਵਾਰ ਨੇ ਸਰਪੰਚ ਦੇ ਕਤਲ ਦਾ ਪ੍ਰੋਗਰਾਮ ਬਣਾਇਆ। ਇੱਕ ਰਾਤ ਸਰਪੰਚ ਦਾ ਕਤਲ ਕਰ ਦਿੱਤਾ। ਦੀਪ ਦੇ ਪਿਤਾ ਜੀ, ਦਾਦਾ ਜੀ ਦੋਨੋਂ ਭਰਾ ਤੇ ਇੱਕ ਹੋਰ ਬੰਦੇ 'ਤੇ ਕਤਲ ਦਾ ਮੁਕੱਦਮਾ ਪਿਆ। ਕਿਉਂਕਿ ਇਹ ਕਤਲ ਪੂਰੀ ਵਿਉਂਤਬੰਦੀ ਕਰਕੇ ਕੀਤਾ ਸੀ, ਇਸ ਲਈ ਹਾਈ ਕੋਰਟ 'ਚ ਸਭ ਬਰੀ ਹੋ ਗਏ। 5 ਸਾਲ ਦੋਵੇਂ ਕੇਸ ਚੱਲੇ। ਇਸ ਦੁਸ਼ਮਣੀ ਨੇ ਦੀਪ ਦੇ ਪਰਿਵਾਰ ਦਾ ਬਹੁਤ ਨੁਕਸਾਨ ਹੋ ਗਿਆ। ਭੱਠਿਆਂ ਦੇ ਬਿਜ਼ਨਸ 'ਤੇ ਫਰਕ ਪਿਆ, ਨਾਲ ਦੀ ਨਾਲ ਖੇਤੀ 'ਤੇ ਵੀ ਅਸਰ ਹੋਇਆ। ਜਿੰਨੇ ਪੈਸੇ ਕੋਲ ਸੀ ਉਹ ਵੀ ਖਰਚ ਹੋ ਗਏ। ਉੱਧਰੋਂ ਪੁੱਤ ਦੀ ਯਾਦ ਵਿੱਚ ਦੀਪ ਦੇ ਪੜਦਾਦਾ ਜੀ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਸਾਰੇ ਭਰਾ ਵੱਖ-ਵੱਖ ਹੋ ਗਏ। ਸਭ ਤੋਂ ਵੱਧ ਨੁਕਸਾਨ ਵਕੀਲ ਸਾਹਿਬ ਦੇ ਬੱਚਿਆਂ ਦਾ ਹੋਇਆ। ਭਾਵੇਂ ਉਹਨਾਂ ਦੀਆਂ ਦੋਨੋਂ ਲੜਕੀਆਂ ਦੀ ਸ਼ਾਦੀ ਦੀਪ ਦੇ ਦਾਦਾ ਜੀ ਨੇ ਚੰਗੇ ਅਫਸਰਾਂ ਨਾਲ ਕੀਤੀ, ਪਰ ਉਹਨਾਂ ਦੇ ਬੇਟੇ ਨੂੰ ਪੜ੍ਹਾਈ ਛੱਡ ਕੇ ਖੇਤੀ ਕਰਨੀ ਪਈ। ਦੂਸਰੇ ਪਾਸੇ ਇਸ ਦੁਸ਼ਮਣੀ ਨੇ ਸਰਪੰਚ ਦਾ ਤਾਂ ਪਰਿਵਾਰ ਹੀ ਉੱਜੜ ਗਿਆ। ਸਰਪੰਚ ਦੀ ਪਤਨੀ ਆਪਣੇ ਬੇਟੇ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ। ਸਰਪੰਚ ਦੀ ਸਾਰੀ ਜ਼ਮੀਨ ਕੇਸਾਂ ਵਿੱਚ ਲੱਗ ਗਈ। ਉਸਦੀ ਵਿਧਵਾ ਮਾਂ ਪੁੱਤਰ ਦੇ ਵਿਯੋਗ ਵਿੱਚ ਮਰ ਗਈ। ਘਰ ਖਾਲੀ ਹੋ ਗਿਆ। ਵਕੀਲ ਸਾਹਿਬ ਦੀ ਮੌਤ ਨੇ ਦੀਪ ਦੇ ਪਰਿਵਾਰ ਨੂੰ 100 ਸਾਲ ਪਿੱਛੇ ਕਰ ਦਿੱਤਾ ਤੇ ਸਰਪੰਚ ਦੀ ਮੌਤ ਨੇ ਉਸਦਾ ਬਸਦਾ ਘਰ ਉਜਾੜ ਦਿੱਤਾ। ਦੋਨਾਂ ਦੀ ਮੌਤ ਨੇ ਪਿੰਡ ਨੂੰ ਵੀ 50 ਸਾਲ ਪਿੱਛੇ ਪਾ ਦਿੱਤਾ। ਇਸ ਦੁਸ਼ਮਣੀ ਨੇ ਕਈ ਪੀੜ੍ਹੀਆਂ ਦਾ